US ਮੁੱਦਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਬੀਤੇ ਐਪੀਸੋਡ 'ਚ ਜਿਹੜੀ ਗੱਲ ਕੀਤੀ ਸੀ ਉਹ ਕਰ ਰਹੇ ਸੀ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਔਰ ਭਾਸ਼ਾ ਦੀ ਤਰੱਕੀ। ਔਰ ਇਹ ਚੁਣੌਤੀਆਂ ਦੀ ਗੱਲ ਅਸੀਂ ਪੰਜਾਬ ਦੇ ਹੱਦ ਦੇ ਅੰਦਰ ਰੱਖ ਕੇ ਨਹੀਂ ਕਰ ਰਹੇ ਜਾਂ ਪਾਕਿਸਤਾਨੀ ਪੰਜਾਬ ਦੀ ਹੱਦ ਦੇ ਅੰਦਰ ਰੱਖ ਕੇ ਨਹੀਂ ਕਰ ਰਹੇ। ਅਸੀਂ ਖਾਸ ਤੌਰ ਤੇ ਗੱਲ ਕਰ ਰਹੇ ਹਾਂ ਅਮਰੀਕਾ 'ਚ ਮੌਜੂਦ ਪੰਜਾਬੀਆਂ ਦੇ ਵਾਸਤੇ ਪੰਜਾਬੀ ਭਾਸ਼ਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਚੁਣੌਤੀਆਂ, ਜਾਂ ਅਗਲੀ ਪੀੜ੍ਹੀ 'ਚ ਜੇ ਕੁਝ ਬੱਚੇ ਸਿੱਖਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਕੀ ਮੁਸ਼ਕਲਾਂ ਆਉਂਦੀਆਂ ਨੇ। ਅਸੀਂ ਸੱਦਾ ਜਿਹਨਾਂ ਨੂੰ ਦਿੱਤਾ ਹੋਇਆ ਇਤਿਹਾਸਕਾਰ ਔਰ ਇੰਟਰਨੈਸ਼ਨਲ ਰਿਲੀਜਨ ਦੇ ਪ੍ਰੋਫੈਸਰ ਤੇ ਨਾਲ ਪੰਜਾਬੀ ਦੇ ਪ੍ਰੋਫੈਸਰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਦਰਜਨਾਂ ਬੱਚਿਆਂ ਨੂੰ ਹੋਰ ਯੂਨੀਵਰਸਿਟੀਆਂ ਦੇ ਨਾਲ ਜੁੜ ਕੇ ਪੜ੍ਹਾ ਰਹੇ ਪ੍ਰੋਫੈਸਰ ਸੰਦੀਪ ਸਿੰਘ ਸਾਡੇ ਵਿਚਕਾਰ ਮੌਜੂਦ ਨੇ ਕੰਟੀਨਿਊਸਲੀ ਪਿਛਲੇ ਐਪੀਸੋਡ ਤੋਂ। ਪ੍ਰੋਫੈਸਰ ਥੈਂਕ ਯੂ, ਤੁਸੀਂ ਟਾਈਮ ਕੱਢਿਆ ਹੋਇਆ ਲਗਾਤਾਰ ਸਾਡੇ ਵਿਚਕਾਰ। ਔਰ ਜਿਹੜਾ ਮੈਂ ਪਿਛਲਾ ਸਵਾਲ ਤੁਹਾਡੇ ਕੋਲ ਲੈ ਕੇ ਆਇਆ ਸੀ, ਤੁਸੀਂ ਦੱਸਿਆ ਸੀ ਕਿ ਆਈਵੀ ਲੀਗ ਸਕੂਲਾਂ ਤੱਕ ਤੁਸੀਂ ਪੰਜਾਬੀ ਲੈ ਗਏ ਹੋ। ਮੈਂ ਬੇਸਿਕਸ ਦੀ ਗੱਲ ਵੀ ਕਰੂੰਗਾ, ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਾਲਜ ਯੂਨੀਵਰਸਿਟੀਆਂ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੌਜੂਦ ਨੇ ਅਮਰੀਕਾ 'ਚ। ਹੁਣ ਤੁਸੀਂ ਕੋਸ਼ਿਸ਼ ਕਰ ਲਈ, ਠੀਕ ਹੈ, ਤੁਸੀਂ ਆਪਣਾ ਵਕਤ ਆਖਰ ਨੂੰ ਹੈਗੇ ਤਾਂ 24 ਘੰਟੇ ਲਾਈਫ 'ਚ, ਤੇ ਤੁਸੀਂ 2 ਦਰਜਨ ਬੱਚੇ ਪੜ੍ਹਾ ਲਓਗੇ, 3 ਮੇਬੀ 4 ਦਰਜਨ ਪੜ੍ਹਾ ਲਓਗੇ। ਹੋਰ ਵੀ ਕੁਝ ਲੋਕ ਹੋਣੇ ਜਿਹੜੇ ਪੜ੍ਹਾਉਣ ਦਾ ਸ਼ੌਂਕ ਰੱਖਦੇ ਹੋਣੇ ਆ, ਹੋਰ ਕੁਝ ਹੋਣੇ ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਹੋਣੇ ਆ। ਸੋ ਜੇ ਹੋਰ ਯੂਨੀਵਰਸਿਟੀਆਂ ਕਾਲਜਾਂ 'ਚ ਡਿਪਾਰਟਮੈਂਟ 'ਚ ਕਿਸੇ ਨੇ ਕੋਸ਼ਿਸ਼ ਕਰਨੀ ਹੈ ਤਾਂ ਉਹਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ, ਕਿੱਦਾਂ ਸ਼ੁਰੂ ਹੋਇਆ ਜਾਵੇ? ਪਿੱਛੇ ਜੇ ਮੈਨੂੰ ਈਮੇਲ ਆਈ ਸੀਗੀ, ਮੈਂ ਉਹ ਬੇਟੀ ਦਾ ਨਾਮ ਭੁੱਲ ਗਿਆ, ਉਸਨੇ ਕਿਹਾ ਕਿ ਵੀ ਮੈਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਪੰਜਾਬੀ ਹੈ ਉਸ ਨੂੰ ਸ਼ੁਰੂ ਕਰਨਾ ਚਾਹੁੰਦੀ ਹਾਂ। ਮੈਂ ਗਦਗਦ ਹੋ ਉੱਠਿਆ। ਮੈਂ ਕਿਹਾ ਜੋ ਵੀ ਤੈਨੂੰ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਮੈਂ ਤੈਨੂੰ ਪ੍ਰੋਵਾਈਡ ਕਰਾਂਗਾ। ਮੇਰੇ ਕੋਲ ਇੰਨੇ ਸਟੂਡੈਂਟਸ ਨੇ, ਇਸ ਤਰ੍ਹਾਂ ਮੈਂ ਸ਼ੁਰੂ ਕੀਤੀ ਹੈ ਤੇ ਇਹ ਉਸਦਾ ਕ੍ਰਾਈਟੇਰੀਆ, ਯੂ ਕੈਨ ਜਸਟ ਫੋਲੋ ਦੈਟ। ਤੇ ਕਿਉਂਕਿ ਇੱਕ ਢਾਂਚਾ ਬਣ ਗਿਆ ਕਿ ਵੀ ਮੈਂ ਇਹ ਨਹੀਂ ਹੈ ਕਿ ਵੀ ਇਹਦੇ ਤੇ ਕੋਈ ਇਹ ਸਾਡਾ ਪੇਟੈਂਟ ਹੋ ਗਿਆ ਜਾਂ ਸਾਡਾ ਮੇਰਾ ਕੋਈ ਆਪਣਾ ਹੀ ਆ ਪੰਜਾਬੀ। ਨਹੀਂ, ਮੈਂ ਤਾਂ ਹਰ ਵੇਲੇ ਜਿਸ ਬੱਚੇ ਨੂੰ ਵੀ ਮਿਲਦਾ, ਜਿਸ ਬੱਚੇ ਨੂੰ ਪੰਜਾਬੀ ਪੜ੍ਹਾਉਣਾ, ਮੇਰੀ ਇਹ ਤਾਕੀਦ ਰਹਿੰਦੀ ਆ ਕਿ ਬੱਚਾ ਇੱਥੋਂ ਸਿੱਖ ਗਿਆ, ਅੱਗੇ ਵੀ ਸਿਖਾਈ, ਜਿਹਨੂੰ ਅੰਗਰੇਜ਼ੀ 'ਚ ਪੇਡ ਫਾਰਵਰਡ ਕਹਿੰਦੇ ਆ। ਬਿਲਕੁਲ, ਇਹ ਨਹੀਂ ਕਿ ਸਿੱਖੀ ਜਾਓ ਤੇ ਸਿਖਾਈ ਜਾਓ। ਤੇ ਬਹੁਤੇ ਬੱਚੇ ਮੇਰੇ ਇਸ ਤਰ੍ਹਾਂ ਦੇ ਨੇ, ਮੇਰੇ ਕੋਲ ਦੁਬਾਰਾ ਵੀ ਆਉਂਦੇ ਨੇ। ਮੈਂ ਕਿਹਦਾ ਨਾਮ ਲਵਾਂ, 15 ਸਾਲ ਹੋ ਗਏ ਇੰਨੇ ਬੱਚੇ, ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ। ਤੇ ਖਾਸ ਕਰਕੇ ਰਿਚਮੰਡ ਹਿੱਲ ਦੇ ਵਿੱਚ ਕਈ ਸਟੂਡੈਂਟਸ ਨੇ, ਸੇਵਾ ਗਰੁੱਪ ਵਾਲੇ ਨੇ, ਬੜੇ ਵਧੀਆ ਬੱਚੇ ਨੇ ਜਿਹੜੇ ਅੱਜ ਵੀ ਕਰ ਰਹੇ ਨੇ। ਤੇ ਜਿਹੜੀਆਂ ਬਾਕੀ ਦੀਆਂ ਨਿਊਯਾਰਕ ਦੇ ਵਿੱਚ ਯੂਨੀਵਰਸਿਟੀਜ਼ ਨੇ, ਹੁਣ ਤੁਸੀਂ ਲਾ ਲਓ ਕੁਈਨਸ ਕਾਲਜ ਦੇ ਵਿੱਚ ਮੈਂ ਗਿਆ। ਕੁਈਨਸ ਕਾਲਜ ਦੇ ਵਿੱਚ ਜਾ ਕੇ ਮੈਂ ਏਸ਼ੀਅਨ ਡਿਪਾਰਟਮੈਂਟ ਦੇ ਵਿੱਚ ਗਿਆ, ਨਾ ਤਾਂ ਹਿੰਦੀ ਦਾ ਨਾ ਕਿਸੇ ਹੋਰ ਦਾ। ਮੈਂ ਉਹਨਾਂ ਨੂੰ ਆਖਿਆ ਤੇ ਵੀ ਮੈਂ ਇੱਥੇ ਪੰਜਾਬੀ ਸ਼ੁਰੂ ਕਰਨੀ ਚਾਹੁੰਦਾ। ਜਦੋਂ ਕਿ ਸਾਡੀ ਕਮਿਊਨਿਟੀ, ਸਾਡੇ ਵਿਦਿਆਰਥੀਆਂ ਦੀ ਮਿਕਦਾਦ ਉੱਥੇ ਇੰਨੀ ਹੈ ਕਿ ਜੇ ਉੱਥੇ ਪੰਜਾਬੀ ਸਿਖਾਈ ਜਾਵੇ, ਮੇਰੇ ਖਿਆਲ ਦੇ ਵਿੱਚ ਤੁਹਾਨੂੰ ਕਿਸੇ ਨੂੰ ਇਹ ਨਹੀਂ ਕਹਿਣਾ ਪਏਗਾ ਸਾਡੇ ਕੋਲ 5 ਸਟੂਡੈਂਟਸ ਨੇ, 10 ਨੇ, ਤੁਹਾਡੇ ਕੋਲ ਆਲਰੇਡੀ ਕਲਾਸ ਫੁੱਲ ਹੋਏਗੀ। ਸ਼ੁਰੂਆਤ ਕਰਨ ਦੀ ਲੋੜ ਆ ਬਸ ਤੁਹਾਨੂੰ ਇੱਕ। ਜੇ ਤੁਹਾਨੂੰ ਫਿਰ ਦੂਸਰੀ ਗੱਲ ਕਿ ਕਿਉਂਕਿ ਹਰ ਇੱਕ ਯੂਨੀਵਰਸਿਟੀ ਦਾ ਇਹ ਹੁੰਦਾ ਕਿ ਵੀ ਅਸੀਂ ਇਨੀਸ਼ੀਏਟ ਨਹੀਂ ਕਰਨਾ, ਕਿਉਂਕਿ ਜੇ ਤੁਹਾਡੀ ਲਾਈਕ ਆਰਗੇਨਾਈਜੇਸ਼ਨ ਹੈ ਜਾਂ ਕੋਈ ਕਮਿਊਨਿਟੀ ਹੈ, ਅਗਰ ਉਹ ਸਾਨੂੰ ਥੋੜਾ ਮੋਟਾ ਫੰਡ ਕਰ ਦਿੰਦੀ ਆ ਤਾਂ ਅਸੀਂ ਇੱਥੇ ਕਲਾਸ ਸ਼ੁਰੂ ਕਰ ਦਿੰਦੇ ਆ। ਪਰ ਅਸੀਂ ਕੀ ਆ, ਅਸੀਂ ਸਿਰਫ ਇਹ ਦੇਖ ਲੈਂਦੇ ਆ ਕਿ ਵੀ ਯਾਰ ਮੈਂ ਇੱਥੇ ਪੈਸੇ ਨਹੀਂ ਲਾਉਣੇ ਹੈਗੇ ਅਸੀਂ ਨੇ। ਜਿਹੜੀ ਗੱਲ ਵੱਲ ਪ੍ਰੋਫੈਸਰ ਜਾਣਾ ਚਾਹ ਰਹੇ ਨੇ, ਉਹ ਸਵਾਲ ਮੈਂ ਇਸ ਤੋਂ ਪਹਿਲਾਂ ਬਹੁਤ ਚਰਚਾਵਾਂ ਦੇ ਵਿੱਚ ਖਾਸ ਤੌਰ ਤੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਨੂੰ ਜਾਂ ਪ੍ਰਚਾਰਕਾਂ ਨੂੰ ਪੁੱਛ ਚੁੱਕਿਆ ਆ ਕਿ ਅਸੀਂ ਕਦੋਂ ਇਮਾਰਤਾਂ ਨੂੰ ਛੱਡਾਂਗੇ। ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਮਾਰਬਲ ਲਾਣਾ, ਸੋਨੇ ਦੇ ਗੁੰਬਦ ਲਾਣਾ ਆਪਣੀ ਥਾਂ ਸ਼ਾਇਦ ਕਿਸੇ ਦੀ ਜ਼ਰੂਰਤ ਹੋ ਸਕਦੀ ਹੈ, ਪਰ ਤੁਹਾਡੇ ਸੱਭਿਆਚਾਰ, ਤੁਹਾਡੀ ਸੱਭਿਅਤਾ, ਕਿਉਂਕਿ ਇਸ ਵੇਲੇ ਇਹਨਾਂ ਮੁਲਕਾਂ ਦੇ ਵਿੱਚ ਗੁਰਦੁਆਰਾ ਕਮਿਊਨਿਟੀ ਸੈਂਟਰ ਵੀ ਹੈ, ਉਹਦੀ ਐਕਸਪੈਂਸ਼ਨ ਵਾਸਤੇ, ਉਹਦੀ ਤਰੱਕੀ ਵਾਸਤੇ ਉਹ ਲਾਹੇਵੰਦ ਨਹੀਂ ਹੈ। ਤੁਹਾਨੂੰ ਹੋਰ ਥਾਵਾਂ ਤੇ ਜਾਣਾ ਪਏਗਾ, ਹੋਰਾਂ ਇਮਾਰਤਾਂ, ਹੋਰਾਂ ਇੰਸਟੀਟਿਊਸ਼ਨਸ ਦੇ ਵਿੱਚ ਜਾਣਾ ਪਏਗਾ, ਜਿਹੜੀ ਗੱਲ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ। ਸੋ ਜਦੋਂ ਜਾਣ ਦੀ ਕੋਸ਼ਿਸ਼ ਹੁੰਦੀ ਹੈ, ਤੁਸੀਂ ਕਹਿੰਦੇ ਹੋ ਫੰਡਸ ਦੀ ਕਮੀ, ਸਾਡੀ ਆਪਣਾ ਭਾਈਚਾਰਾ, ਆਪਣੀ ਕਮਿਊਨਿਟੀ ਵੱਲੋਂ ਹੁੰਦੀ ਆ। ਕੁਛ ਲੋਕ ਤਾਂ ਹੈਗੇ ਨੇ ਜਿਹੜੇ ਮਿਲੀਅਨਸ ਆਫ ਡਾਲਰਸ ਖਰਚਦੇ ਨੇ। ਗੁਰੂ ਨਾਨਕ ਚੇਅਰ ਬਣੀਆਂ ਹੋਈਆਂ ਨੇ, ਸਿੱਖ ਰਿਲੀਜਨ ਚੇਅਰਸ ਬਣੀਆਂ ਹੋਈਆਂ ਨੇ, ਉਹ ਚੇਅਰਸ ਦੀ ਕਿੰਨੀ ਕੁ ਅਹਿਮੀਅਤ ਹੈ? ਤੇ ਦੂਜੇ ਪਾਸੇ ਆਨਲਾਈਨ ਸਟੱਡੀ ਦੇ ਉੱਤੇ ਜਿਹੜਾ ਫੰਡ ਲੱਗਣਾ ਉਹ ਕਿੰਨਾ ਫਾਇਦੇਮੰਦ ਹੋ ਸਕਦਾ ਹੈ? ਇਹਦੇ ਬਾਰੇ ਮੈਂ ਕੋਈ ਬਹੁਤਾ ਵਿਸਥਾਰ ਦੇ ਵਿੱਚ ਤੇ ਨਹੀਂ ਤੁਹਾਡੇ ਨਾਲ ਗੱਲ ਕਰ ਸਕਦਾ, ਕਿਉਂਕਿ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਵੀ ਪਹਿਲਾਂ ਤੁਹਾਨੂੰ ਉਸ ਦੇ ਵਿੱਚ ਦਾ ਉੱਥੋਂ ਦਾ ਤਜਰਬਾ ਹੋਣਾ ਚਾਹੀਦਾ। ਜਿੰਨਾ ਕਿ ਮੇਰਾ ਤਜਰਬਾ ਉਹਦੇ ਮੁਤਾਬਕ, ਅਗਰ ਤੁਸੀਂ ਉੱਥੇ ਪੈਸਾ ਲਾ ਰਹੇ ਹੋ, ਕੋਈ ਗੁਰੂ ਨਾਨਕ ਚੇਅਰ ਐਸਟੈਬਲਿਸ਼ ਕੀਤੀ ਹੈ ਜਾਂ ਸਿੱਖ ਚੇਅਰ ਐਸਟੈਬਲਿਸ਼ ਕੀਤੀ ਹੈ ਜਾਂ ਕੋਈ ਵੀ ਚੇਅਰ ਐਸਟੈਬਲਿਸ਼ ਕੀਤੀ ਹੈ, ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਕਿਸੇ ਚੀਜ਼ ਨੂੰ ਸ਼ੁਰੂਆਤ ਤਾਂ ਕੀਤਾ। ਡਰ ਤਾਂ ਹੈ, ਹਾਂਜੀ, ਉਹ ਸ਼ੁਰੂ ਤਾਂ ਹੋਇਆ, ਪਰ ਉਹ ਸ਼ੁਰੂ ਹੋਣ ਤੋਂ ਬਾਅਦ ਕੀ ਉਸ ਦੇ ਵਿੱਚ ਸਾਡਾ ਰਿਸਰਚ ਦਾ, ਖੋਜ ਦਾ ਲੈਵਲ ਉੱਥੋਂ ਤੱਕ, ਉਸ ਮਿਕਦਾਰ ਤੱਕ ਪਹੁੰਚਿਆ?
ਕਿ ਅਸੀਂ ਉੱਥੇ ਜਿਹੜੇ ਸਾਡੇ ਅਧਿਆਪਕ ਨੇ ਜਾਂ ਪ੍ਰੋਫੈਸਰ ਬੈਠੇ ਨੇ ਜਾਂ ਸਕਾਲਰ ਬੈਠੇ ਨੇ ਕਿ ਉਹ ਉੱਥੋਂ ਉਸ ਲੈਵਲ ਤੱਕ ਦਾ ਉਸ ਦੇ ਵਿੱਚ ਖੋਜ ਦਾ ਕੰਮ ਕਰ ਰਹੇ ਨੇ। ਬੇਸਿਕਲੀ ਜਿਹੜੀ ਵੀ ਚੇਅਰ ਐਸਟੈਬਲਿਸ਼ ਕੀਤੀ ਜਾਂਦੀ ਆ ਉਸ ਦੀ ਖੋਜ ਨੂੰ ਲੈ ਕੇ ਕੀਤੀ ਜਾਂਦੀ ਆ, ਰਿਸਰਚ ਨੂੰ। ਸੋ ਸਬਜੈਕਟ ਬੇਸਡ ਹੈ। ਹਾਂ, ਰਿਸਰਚ ਇੱਕ ਬੇਸ ਆ, ਕਿਉਂਕਿ ਜੇ ਉਹਦੇ ਉੱਤੇ ਰਿਸਰਚ ਨਹੀਂ ਕਿ ਇੱਕ ਬੰਦਾ ਬੈਠ ਗਿਆ ਉੱਥੇ ਚੇਅਰ ਐਸਟੈਬਲਿਸ਼ ਕਰਦੀ, ਇਸ ਨਥਿੰਗ। ਜਦੋਂ ਫੰਡ ਖਤਮ ਹੋਣਗੇ ਚੇਅਰ ਖਤਮ ਹੋ ਜਾਏਗੀ, ਚੇਅਰ ਖਤਮ ਹੋ ਜਾਏਗੀ। ਕਿਉਂਕਿ ਜਿਹੜੀ ਮੇਰੀ ਤਰਾਸਦੀ ਰਹੀ ਹੈ, ਮੇਰੀ ਵੀ ਇਹੀ ਹੈ ਕਿ ਪੰਜਾਬੀ ਦੇ ਵਿੱਚ ਹੁਣ ਕਿੰਨਾ ਕੁ ਮੈਂ ਕਰ ਲਾਂਗਾ, ਕਿਉਂਕਿ ਸਾਡੇ ਕੋਲੇ ਫੰਡ ਨਹੀਂ ਗਏ। ਪਿੱਛੇ ਜੇ ਮੈਂ ਆਖਿਆ ਵੀ ਮੈਂ ਯੂਨੀਵਰਸਿਟੀ ਨੂੰ ਇੱਕ ਗ੍ਰਾਂਟ ਲਿਖ ਕੇ ਦੇਣੀ ਸੀਗੀ ਤੇ ਮੈਂ ਉਸ ਦੀ ਡਿਮਾਂਡ ਕੀਤੀ, ਉਹ ਕਹਿੰਦੇ ਜੀ ਸਿਰਫ ਅਸੀਂ 4000 ਦੇ ਸਕਦੇ ਹਾਂ। $4000 ਤੁਸੀਂ ਸੋਚ ਕੇ ਦੇਖੋ, 4000 ਨਾਲ ਤਾਂ ਕੁਝ ਵੀ ਨਹੀਂਗਾ। ਤੁਸੀਂ ਇੱਕ ਵੀਡੀਓ ਨਹੀਂ ਖਰੀਦ ਸਕਦੇ ਤੇ 4000 ਪਰ ਮੇਰਾ ਇੱਕ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਵੀ ਮੈਂ ਕਿਹਾ ਵੀ ਨਹੀਂ, ਮੈਂ ਇਸ ਨੂੰ ਮੇਰਾ ਦੋਸਤੋ ਜਿਹੜਾ ਅਗਲਾ ਜਿਹੜਾ ਮੇਰੀ ਮਿਹਨਤ ਦੇ ਸਦਕੇ ਜਾਂ ਮੈਂ ਉਸ ਦੇ ਸਦਕੇ ਇੱਕ ਗੱਲ ਕਹਿਣੀ ਚਾਹੁੰਦਾ, ਉਹ ਇਹ ਆ ਕਿ ਵੀ ਮੈਂ ਇਸ ਨੂੰ ਆਨਲਾਈਨ ਦੇ ਉੱਤੇ ਫ੍ਰੀ ਲੈ ਕੇ ਆਉਣਾ ਚਾਹੁੰਦਾ। ਜਿਹੜੀਆਂ ਸਾਡੀਆਂ ਕ੍ਰਾਈਟੇਰੀਆ ਟੀਚ ਕਰਨ ਦਾ, ਉਸ ਨੂੰ ਮੈਂ ਨਹੀਂਗਾ ਕਿ ਵੀ ਸਿਰਫ ਇੱਕ ਯੂਨੀਵਰਸਿਟੀ ਆਈਵੀ ਲੀਗ ਸਕੂਲਸ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਕਲਾਸਿਸ ਨੇ, ਉੱਥੋਂ ਦੀ ਐਜੂਕੇਸ਼ਨ ਲੈਣ ਦੇ ਲਈ ਬੱਚਿਆਂ ਨੂੰ ਪਤਾ ਨਹੀਂ ਕਿੰਨਾ ਕੁ ਪੇ ਕਰਨਾ ਪੈਂਦਾ, ਉਹਨਾਂ ਹੱਦਾਂ ਨੂੰ ਪਾਰ ਕਰਕੇ ਜੇ ਸਭ ਨੂੰ ਫ੍ਰੀ ਦਿੱਤੀ ਜਾਵੇ, ਮੇਰਾ ਉਹ ਹੈ। ਸੋ ਜਿਹੜੇ ਮੈਂ ਬਾਕੀ ਸਕੂਲਾਂ ਕਾਲਜਾਂ ਦੀ ਗੱਲ ਕੀਤੀ ਸੀ, ਉਹਨਾਂ ਵਾਸਤੇ ਸਭ ਤੋਂ ਵਧੀਆ ਢੰਗ ਇਹ ਹੋਏਗਾ ਕਿ ਜੇ ਆਨਲਾਈਨ ਪਈ ਹੋਵੇ ਐਜੂਕੇਸ਼ਨ ਪੂਰੀ ਦੀ ਪੂਰੀ ਸੌਖਾ ਹੋਏਗਾ ਤੇ ਫ੍ਰੀ ਹੋਏਗਾ। ਪਰ ਉਹ ਰਿਸੋਰਸ ਦੇ ਵਾਸਤੇ ਵੀ ਫੰਡ ਦੀ ਜਿਹੜੀ ਕਮੀ ਹੈ, ਤੁਹਾਨੂੰ ਸਰਵਰ ਵੀ ਚਾਹੀਦੇ ਨੇ, ਤੁਹਾਨੂੰ ਉਹਦੇ ਵਾਸਤੇ ਡੈਡੀਕੇਟਡ ਸੌਫਟਵੇਅਰ ਪਰਸਨ ਵੀ ਚਾਹੀਦੇ ਨੇ। ਦੂਜਾ ਪਾਸਾ ਜਿਹੜਾ ਆ ਉਹ ਹੈ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼। ਇਹ ਪਹਿਲ ਕਈ ਥਾਂ ਤੇ ਹੋਈ ਹੈ, ਕੈਲੀਫੋਰਨੀਆ ਦੇ ਕੁਝ ਕਾਉਂਟੀਜ਼ ਦੇ ਵਿੱਚ ਹੋਈ ਹੈ, ਇੰਡੀਆਨਾ ਦੇ ਵਿੱਚ ਹੋਈ ਹੈ। ਸਿਕਸ ਪੈਕ ਵਾਲੇ ਗੁਰਿੰਦਰ ਸਿੰਘ ਖਾਲਸਾ ਨੇ ਕੋਸ਼ਿਸ਼ ਕੀਤੀ ਸੀ, ਕੁਝ ਲੌਬੀ ਕਰਕੇ ਸਕੂਲਾਂ 'ਚ ਪੰਜਾਬੀ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਨਿਊਯਾਰਕ ਦੇ ਵਿੱਚ ਵੀ ਕੁਝ ਥਾਵਾਂ ਤੇ ਹੋਈ ਹੈ, ਪਰ ਹਾਲੇ ਵੀ ਜਿਹੜਾ ਉਹਦਾ ਸਕੇਲ ਹੈ, ਜਿਹੜਾ ਉਹਦਾ ਪੱਧਰ ਹੈ, ਉਹਦੀ ਜਿਹੜੀ ਪਹੁੰਚ ਹੈ, ਉਹ ਬਹੁਤ ਵੱਡੀ ਗਿਣਤੀ ਤੱਕ ਨਹੀਂ ਹੈ। ਅਸੀਂ ਕਾਲਜਾਂ ਦੀ ਗੱਲ ਛੱਡ ਦਈਏ, ਜੇ ਅਸੀਂ ਸਕੂਲਾਂ 'ਚ ਲਿਆਉਣ ਦੀ ਕੋਸ਼ਿਸ਼ ਕਰਨੀ ਆ, ਉੱਥੇ ਤੁਹਾਨੂੰ ਇਹ ਲੱਗਦਾ ਫਰਕ ਕਿ ਉੱਥੇ ਇਨੀਸ਼ੀਏਟਿਵ ਲੈਣ ਵਾਲੇ ਇਕੱਲੇ ਬੰਦੇ ਦੇ ਆਸਰੇ ਨਹੀਂ ਹੋਣਾ, ਉਹ ਕਿਉਂਕਿ ਪੂਰੇ ਸਕੂਲਾਂ ਦੇ ਸੁਪਰਵਾਈਜ਼ਰ ਤੇ ਡਿਪਾਰਟਮੈਂਟ ਨਾਲ ਗੱਲ ਕਰਨੀ ਪੈਣੀ ਹੈ। ਉਹਦੇ 'ਚ ਕੀ ਕੀਤਾ ਜਾਏ? ਪਿਛਲੇ 2-3 ਮਹੀਨਿਆਂ ਤੋਂ ਤਕਰੀਬਨ ਮੇਰੀ ਇਸੇ ਟੌਪਿਕ ਦੇ ਉੱਤੇ, ਇਸੇ ਮੁੱਦੇ ਦੇ ਉੱਤੇ ਕਈ ਬੰਦੇ ਨਾਲ ਰਾਬਤਾ ਕਾਇਮ ਹੋਇਆ। ਮੈਂ ਕਈਆਂ ਨਾਲ ਗੱਲ ਕੀਤੀ ਹੈ, ਕਿਉਂਕਿ ਇੱਕ ਲੌਬੀ ਦਾ ਕੰਮ ਨਹੀਂ, ਇੱਕ ਬੰਦੇ ਦਾ ਕੰਮ ਨਹੀਂ ਗਾ। ਸੋ ਇਸ ਦੇ ਵਿੱਚ ਇਹ ਵਿਭਾਗ ਦਾ ਕੰਮ ਹੈ ਤੇ ਸਾਡੀ ਜਿਹੜੀ ਆ ਸਾਡੀ ਕਮਿਊਨਿਟੀ ਦਾ ਕੰਮ ਹੈ ਕਿ ਜਦੋਂ ਕਮਿਊਨਿਟੀ ਇਨੀਸ਼ੀਏਟ ਕਰੇਗੀ, ਉਹ ਲਿਖ ਕੇ ਦੇਣਗੇ ਪ੍ਰਿੰਸੀਪਲ ਨੂੰ ਜਾਂ ਕਿਤੇ ਜਾਣਗੇ। ਪਹਿਲੀ ਗੱਲ ਤਾਂ ਸਾਡੇ ਸਾਰਿਆਂ ਨਾਲੋਂ ਵੱਡਾ ਜਿਹੜਾ ਸਭ ਤੋਂ ਵੱਡਾ ਬੈਰੀਅਰ ਉਹ ਆ ਜਾਂਦਾ ਸਾਡਾ ਲੈਂਗੁਏਜ ਦਾ। ਸੈਕੰਡ ਜਿਹੜਾ ਬੈਰੀਅਰ ਆਉਂਦਾ ਕਿ ਅਸੀਂ ਗੱਲ ਨਹੀਂ ਕਰਨੀ, ਅਸੀਂ ਕਿਸੇ ਨਾਲ ਜਾ ਕੇ ਪ੍ਰਿੰਸੀਪਲ ਨਾਲ ਗੱਲ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਸਾਡੇ ਇੱਥੇ ਤਕਰੀਬਨ 50% ਜਾਂ 40% ਰਿਚਮੰਡ ਹਿੱਲ ਦੇ ਵਿੱਚ ਜਾ ਕੇ ਦੇਖੋ ਤਾਂ ਤੁਹਾਡੀ ਪਾਪੂਲੇਸ਼ਨ ਕਿੰਨੀ ਹੈ ਬੱਚਿਆਂ ਦੀ। ਜਦ ਕਿ ਸਕੂਲਾਂ 'ਚ ਪੰਜਾਬੀ ਪੜਾਉਣ ਦਾ ਸੋਰਸ ਨਹੀਂ ਹੈ। ਪੰਜਾਬੀ ਪੜਾਉਣ ਦਾ ਸੋਰਸ ਨਹੀਂਗਾ। ਤੁਹਾਨੂੰ ਇਹ ਨਹੀਂ ਪਤਾ ਕਿ ਲਾਅ ਐਂਡ ਆਰਡਰ, ਰੂਲ ਐਂਡ ਰੈਗੂਲੇਸ਼ਨਸ ਕੀ ਨੇ, ਗਵਰਨਮੈਂਟ ਤੁਹਾਨੂੰ ਕੀ ਮੁਹੱਈਆ ਕਰਵਾ ਰਹੀ ਹੈ। ਤੁਹਾਡੇ ਲਾਇਸੈਂਸ ਪੰਜਾਬੀ 'ਚ ਬਣ ਸਕਦੇ ਨੇ, ਪਰ ਕੋਸ਼ਿਸ਼ ਨਹੀਂ ਹੋ ਰਹੀ, ਜਾਂ ਕੋਸ਼ਿਸ਼ ਹੋ ਰਹੀ ਤਾਂ ਬਹੁਤ ਥੋੜੇ ਪੱਧਰ ਦੇ ਉੱਤੇ, ਬਹੁਤ ਥੋੜੇ ਪੱਧਰ ਤੇ। ਇਹ ਮੇਰਾ ਹੁਣ ਹੈ ਕਿ ਵੀ ਮੈਂ ਪੰਜਾਬੀ ਹੈ ਜਿਹੜੀ ਉਹ ਸਿਰਫ ਯੂਨੀਵਰਸਿਟੀ ਤੱਕ ਨਾ ਰਹਾਂ, ਇਸ ਨੂੰ ਸਕੂਲਾਂ ਤੱਕ ਲੈ ਕੇ ਆਇਆ ਜਾਵੇ। ਕੋਸ਼ਿਸ਼ ਕਰਿਆ, ਫਲ ਮਿਲਦਾ। ਇਹਦੀ ਉਦਾਹਰਣ ਇਸ ਗੱਲੋਂ ਮਿਲਦੀ ਕਿ ਓਲਡ ਵੈਸਟਬਰੀ ਦੇ ਜਿਹੜੇ ਕਾਲਜ ਪ੍ਰੋਫੈਸਰ ਸਾਹਿਬ ਨੇ ਪੰਜਾਬੀ ਪੜ੍ਹਾਈ ਸੀ, ਉੱਥੇ ਇੱਕ ਬੱਚੇ ਨੇ ਜਿਹੜਾ ਪੜ੍ਹ ਰਿਹਾ ਸੀ, ਉਹਨੇ ਕੋਸ਼ਿਸ਼ ਕੀਤੀ ਸੀ। ਮੈਂ ਰਾਈਟ? ਥੋੜਾ ਜਿਹਾ ਦੱਸੋਗੇ ਕਿੱਦਾਂ ਹੋਇਆ ਸੀ? ਉਹ ਤਾਂ ਦੇਖੋ, ਮੈਂ ਤਾਂ ਓਲਡ ਵੈਸਟਬਰੀ ਦੇ ਸਾਰੇ ਬੱਚਿਆਂ ਨੂੰ ਵਧਾਈ ਦੇ ਪਾਤਰ ਨੇ, ਕਿਉਂਕਿ ਉਹਨਾਂ ਨੇ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲੇ। ਅਸੀਂ ਨੇ ਆਖਿਆ ਵੀ ਆਪਾਂ ਇੱਕ ਕਲੱਬ ਬਣਾਈਏ ਤੇ ਪੰਜਾਬੀ ਦਾ ਕਲੱਬ ਬਣਾਈਏ ਜਾਂ ਕੁਝ ਬਣਾਈਏ, ਤੇ ਉੱਥੇ ਪੰਜਾਬੀ ਕਲੱਬ ਵੀ ਬਣਿਆ ਤੇ ਉਹ ਬੱਚਿਆਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਵੀ ਕੀਤੀ। ਪਰ ਕਿਉਂਕਿ ਕਈ ਵਾਰ ਇਹ ਚੀਜ਼ ਇਹ ਹੋ ਜਾਂਦੀ ਹੈ ਕਿ ਵੀ ਮੈਂ ਵੀ ਉੱਥੇ ਪੂਰੀ ਤਰ੍ਹਾਂ, ਕਿਉਂਕਿ ਮੈਂ ਆਨਲਾਈਨ ਟੀਚ ਕਰਦਾ, ਮੈਂ ਉੱਥੇ ਔਨ ਕੈਂਪਸ ਨਹੀਂਗਾ, ਤੇ ਬਾਕੀ ਰਹੇ ਬੱਚੇ ਦਲਵਿੰਦਰ ਸੀਗੀ ਉਹਦੇ ਜਿਹੜਾ ਮੇਨ, ਮੈਂ ਉਸ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਬੱਚੀ ਇੰਨੀ ਮਿਹਨਤ ਵਾਲੀ ਸੀਗੀ ਕਿ ਉਹਨੇ ਆਪਣੇ ਡਿਪਾਰਟਮੈਂਟ ਤੋਂ ਮੰਗ ਕੀਤੀ ਕਿ ਪੰਜਾਬੀ ਪੜਾਓ। ਨਹੀਂ, ਉਸਨੇ ਨਹੀਂ, ਕਿਉਂਕਿ ਪੰਜਾਬੀ ਮੈਂ ਲੈ ਕੇ ਗਿਆ ਸੀ। ਪੰਜਾਬੀ ਮੈਂ ਜਦੋਂ ਉੱਥੇ ਇੰਟਰੋਡਿਊਸ ਕੀਤੀ ਤੇ ਉਹ ਮੇਰੀ ਸਟੂਡੈਂਟ ਸੀਗੀ, ਮੈਂ ਉੱਥੇ ਰਿਲੀਜਨ ਟੀਚ ਕਰਨੀ ਸ਼ੁਰੂ ਕੀਤੀ, ਹਿਸਟਰੀ ਟੀਚ ਕਰਨੀ ਸ਼ੁਰੂ ਕੀਤੀ, ਤੇ ਉਹ ਮੇਰੀ ਰਿਲੀਜਨ ਦੀ ਸਟੂਡੈਂਟ ਸੀਗੀ। ਤੇ ਉਸਨੇ ਕਿਹਾ ਵੀ ਪ੍ਰੋਫੈਸਰ, ਵੀ ਮੈਨੂੰ ਬਹੁਤ ਅਟਪਟਾ ਲੱਗਦਾ, ਬਾਕੀ ਰਿਲੀਜਨ ਨੇ ਜਿਹੜੇ ਸਾਊਥ ਏਸ਼ੀਅਨ ਰਿਲੀਜਨਸ ਨੇ, ਉਹਦੇ ਚ ਬੁੱਧਿਜ਼ਮ ਹੈਗਾ, ਬਾਕੀ ਰਿਲੀਜਨਸ ਹੈਗੇ ਨੇ, ਜੈਨਿਜ਼ਮ ਹੈਗਾ, ਪਰ ਸਿੱਖੀਜ਼ਮ ਕਿਉਂ ਨਹੀਂ ਹੈਗਾ? ਤੇ ਮੈਂ ਕਿਹਾ ਪੁੱਤ, ਮੈਂ ਤਾਂ ਇਹ ਹੈ ਕਿ ਵੀ ਮੈਂ ਵੀ ਇਸ ਚੀਜ਼ ਨੂੰ ਅੱਗੇ ਇਨੀਸ਼ੀਏਟ ਕਰਦਾ, ਮੈਂ ਵੀ ਆਪਣੇ ਡਿਪਾਰਟਮੈਂਟ ਨਾਲ ਗੱਲ ਕਰਦਾ। ਪ੍ਰੋਫੈਸਰ ਕਹਿੰਦੀ ਡੈਫੀਨਿਟਲੀ, ਕਹਿੰਦੀ ਤੁਸੀਂ ਆਪਣੇ ਪੱਖੋਂ ਗੱਲ ਕਰੋ ਤੇ ਮੈਂ ਆਪਣੇ ਪੱਖੋਂ ਗੱਲ ਕਰਦੀ ਆ। ਤੇ ਉਸਨੇ ਆਪਣੇ ਜਿਹੜੀ ਆ ਪ੍ਰੋਫੈਸਰ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਕੀ, ਜੇ ਕਹੋਗੇ ਤਾਂ ਸੁਣੀ ਜਾਏਗੀ, ਸੁਣੀ ਜਾਊਗੀ, ਤੇ ਸੁਣੀ ਗਈ ਵੀ।
ਅਸੀਂ ਪਹਿਲੀ ਵਾਰੀ ਉਸ ਦੇ ਵਿੱਚ ਸਿੱਖੀਜ਼ਮ ਨੂੰ ਟੀਚ ਕਰਨਾ ਸ਼ੁਰੂ ਕੀਤਾ। ਬਾਕੀ ਰਿਲੀਜਨਸ ਦੇ ਨਾਲ ਅਸੀਂ ਸਿੱਖੀਜ਼ਮ ਟੀਚ ਕੀਤਾ। ਤੇ ਜਦੋਂ ਗੱਲ ਉੱਥੇ ਆ ਗਈ ਵੀ ਆਪਣੀਆਂ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਸ ਤੋਂ ਬਾਹਰ ਜਾ ਕੇ ਆਪਣੀ ਲੌਬੀ ਨੂੰ ਘੱਟੋ ਘੱਟ ਆਪਣੇ ਖੇਤਰ 'ਚ ਆਪਣੇ ਖਿੱਤੇ 'ਚ ਤਾਂ ਲਿਜਾਇਆ ਜਾਏ, ਉੱਥੇ ਜਾ ਕੇ ਤਾਂ ਸਵਾਲ ਪੁੱਛੇ ਜਾਣ। ਜਿਹੜੀ ਗੱਲ ਸਕੂਲਾਂ ਦੇ ਵਿੱਚ ਪੜ੍ਹਾਏ ਜਾਣ ਦੀ ਕੋਸ਼ਿਸ਼ ਦੀ ਹੋ ਰਹੀ ਹੈ ਉਹਦੇ ਵਿੱਚ ਵੀ ਇਹੋ ਗੱਲ ਆਉਂਦੀ ਹੈ। ਜਿੱਥੇ ਤੁਸੀਂ ਮੌਜੂਦ ਹੋ ਸ਼ਾਇਦ 12-13 ਬੱਚੇ ਵੀ ਜੇ ਪਹੁੰਚ ਜਾਣ ਤਾਂ ਉਹਦੇ 'ਚ ਇੱਕ ਲੌਬੀ ਖੜੀ ਹੋ ਜਾਂਦੀ ਹੈ। ਬਿਲਕੁਲ ਸਹੀ ਹੈ। ਤੇ ਜਦੋਂ ਉੱਥੇ ਸਾਡੇ ਸਿੱਖੀਜ਼ਮ ਸ਼ੁਰੂ ਹੋਇਆ, ਕਿਉਂਕਿ ਮੈਂ ਬਹੁਤ ਬੱਚੇ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਪਤਾ ਸੀ ਸਿੱਖੀਜ਼ਮ ਦੇ ਬਾਰੇ। ਤੇ ਜਦੋਂ ਉਹਨਾਂ ਨੂੰ ਇਹ ਚੀਜ਼ ਇੰਟਰੋਡਿਊਸ ਕੀਤੀ ਗਈ, ਅਸੀਂ ਨੇ ਉੱਥੇ ਗੱਤਕੇ ਦੀ ਪਰਫਾਰਮੈਂਸ ਕੀਤੀ ਜਾਂ ਫਿਰ ਕਈ ਇਸ ਤਰ੍ਹਾਂ ਦੇ ਹੋਰ ਵੀ ਅਸੀਂ ਨੇ ਇਵੈਂਟ ਕੀਤੇ। ਵਿਸਾਖੀ ਦੇ ਉੱਤੇ ਕੀਤਾ, ਵਿਸਾਖੀ ਦੇ ਉੱਤੇ ਬੜਾ ਸਕਸੈਸਫੁਲ ਰਿਹਾ ਤੇ ਯੂਨੀਵਰਸਿਟੀ ਵੱਲੋਂ ਵੀ ਸਾਨੂੰ ਕਾਫੀ ਸਾਨੂੰ ਏਡ ਮਿਲੀ। ਤੇ ਮੈਨੂੰ ਲੱਗਿਆ ਕਿ ਵੀ ਜੇ ਸਾਨੂੰ ਥੋੜਾ ਜਿਹਾ ਹੋਰ, ਚਾਹੇ ਸਾਡੀ ਕਮਿਊਨਿਟੀ ਵੱਲੋਂ ਆ, ਚਾਹੇ ਸਾਡੇ ਸਟੂਡੈਂਟਸ ਵੱਲੋਂ ਆ, ਜਾਂ ਫਿਰ ਕੋਈ ਮੈਨੂੰ ਇਸ ਤਰ੍ਹਾਂ ਦੀ ਇੱਕ ਨਾਲ ਮੋਢਾ ਮੇਲ ਕੇ ਚੱਲਣ ਵਾਲੀ ਇੱਕ ਲੌਬੀ ਮਿਲ ਜਾਏ ਤਾਂ ਫਿਰ ਇਹ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੱਡੀ ਗੱਲ ਮੌਜੂਦ ਨਹੀਂ ਹੈ। ਮੌਜੂਦ ਹੈ ਪਰ ਉਹ ਕਈ ਵਾਰੀ ਸਾਥ ਨਹੀਂ ਦਿੰਦੀ। ਅਸੀਂ ਕਿਸੇ ਇੱਕ ਦਾ ਨਾਮ ਲੈ ਕੇ ਲੜਾਈ ਨਹੀਂ ਖੜੀ ਕਰਾਉਣੀ ਇੱਥੇ, ਪਰ ਇਹ ਗੱਲ ਸਾਰੀ ਸਾਡੇ ਸਾਰੇ ਭਾਈਚਾਰੇ ਦੇ ਸਮਝਣ ਵਾਲੀ ਆ। ਜਿਹੜੀ ਗੱਲ ਪ੍ਰੋਫੈਸਰ ਸੰਦੀਪ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਹ ਆ ਕਿ ਜੇ ਤੇ ਇਕੱਲੇ ਬਹਿ ਕੇ ਇੱਕ ਫੇਸਬੁੱਕ ਪੋਸਟ ਪਾ ਦੇਣੀ, ਲਓ ਜੀ ਅਗਲੀ ਪੀੜ੍ਹੀ ਤੇ ਪੰਜਾਬੀ ਪੜ੍ਹਦੀ ਨਹੀਂ, ਫਿਰ ਤਾਂ ਬਹੁਤ ਸੌਖਾ ਹੈ, ਕਰੀ ਜਾਓ। ਪਰ ਜੇ ਐਕਚੁਅਲੀ ਕੁਝ ਕਰਨਾ ਚਾਹੁੰਦੇ ਹੋ ਤਾਂ ਕੁਝ ਲੋਕਾਂ ਦੇ ਨਾਲ ਖੜਨਾ ਪਏਗਾ। ਤੁਹਾਡੇ ਸਾਹਮਣੇ ਇੱਕ ਸ਼ਖਸੀਅਤ ਹੈ, ਤੁਹਾਡੇ ਆਲੇ ਦੁਆਲੇ ਹੋਰ ਬਹੁਤ ਹੋਣੇ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ, ਕਰਨਾ ਚਾਹੁੰਦੇ ਨੇ। ਤੁਹਾਨੂੰ ਆਇਡੈਂਟੀਫਾਈ ਕਰਨਾ ਪਏਗਾ ਉਹਨਾਂ ਲੋਕਾਂ ਨੂੰ ਤਾਂ ਕਿ ਉਹ ਲੀਡ ਲੈਣ, ਤੁਸੀਂ ਉਹਨਾਂ ਸਾਥ ਦਿਓ। ਇਹ ਜ਼ਰੂਰੀ ਆ। ਇਸ ਤੋਂ ਇਲਾਵਾ ਹੋਰ ਕੀ ਕੁਝ ਹੋ ਸਕਦਾ ਆ? ਔਰ ਇੱਕ ਬਹੁਤ ਖੂਬਸੂਰਤ ਕਵਿਤਾ ਵੀ ਹਾਲੇ ਸਾਡੇ ਕੋਲ ਬਾਕੀ ਹੈ। ਤਾਂਗ ਨੂੰ ਸੁਣਨ ਦੀ ਤਾਂਗ ਸਾਡੀ ਵੀ ਹੈਗੀ। ਸੋ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਜੋ ਪ੍ਰੋਫੈਸਰ ਸਾਹਿਬ ਨੇ ਇੱਕ ਲਿਖਿਆ ਉਹਦੇ ਵੱਲ ਚੱਲਾਂਗੇ ਔਰ ਕੁਝ ਹੋਰ ਗੱਲਾਂ ਬਾਕੀ ਨੇ। ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ, ਵਿੱਤੀ ਪੱਖ ਨੂੰ ਅਸੀਂ ਵੇਖ ਲਿਆ ਆ, ਵਿਦਿਆਰਥੀਆਂ ਦੇ ਲੈਵਲ ਦੇ ਉੱਤੇ ਦੇਖ ਲਿਆ, ਹਾਲੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਗਰਾਫੀ ਦੇ ਹਿਸਾਬ ਨਾਲ ਕਿੱਥੇ ਕਿੰਨਾ ਫਰਕ ਪਏਗਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਬ੍ਰੇਕ ਤੋਂ ਬਾਅਦ ਚਰਚਾ ਦਾ ਸਿਲਸਿਲਾ ਫੇਰ ਜਾਰੀ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਔਰ ਪਿਛਲੇ ਐਪੀਸੋਡ 'ਚ ਅਸੀਂ ਜਦੋਂ ਪ੍ਰੋਫੈਸਰ ਸਾਹਿਬ ਨਾਲ ਗੱਲ ਕੀਤੀ ਸੀ ਤੇ ਪੰਜਾਬੀ ਨੂੰ ਆਨਲਾਈਨ ਪੜ੍ਹਾਉਣ ਦੀ ਕੋਸ਼ਿਸ਼ ਦੀ ਗੱਲ ਹੋ ਰਹੀ ਸੀ। ਮੈਂ ਜਾਣਨਾ ਚਾਹੁੰਦਾ ਪ੍ਰੋਫੈਸਰ ਸਾਹਿਬ, ਤੁਸੀਂ ਜਿਹੜਾ ਸਿਲੇਬਸ ਤਿਆਰ ਕੀਤਾ ਆ ਉਹ ਇੱਕ ਮੈਚਿਓਰ ਮਾਈਂਡਸੈਟ ਵਾਲੇ ਬੱਚਿਆਂ ਦੇ ਵਾਸਤੇ ਤੇ ਤਿਆਰ ਹੋ ਚੁੱਕਿਆ ਹੈ, ਜਿਹੜੇ ਯੂਨੀਵਰਸਿਟੀਆਂ 'ਚ ਪਹੁੰਚ ਚੁੱਕੇ ਨੇ, ਉਹਨਾਂ ਨੇ ਬੇਸਿਕ ਸਿੱਖਣੇ ਆ, ਉਹਨਾਂ ਦੇ ਕੋਲ ਇੱਕ ਦਿਮਾਗ ਆਲਰੇਡੀ ਤਿਆਰ ਹੈ। ਕੁਝ ਛੋਟੀ ਉਮਰ ਦੇ ਬੱਚੇ ਹੈਗੇ ਨੇ ਜਿਹੜੇ ਗੁਰਦੁਆਰਿਆਂ ਜਾਂਦੇ ਨੇ, ਕਾਇਦਾ ਸਿੱਖ ਲੈਂਦੇ ਨੇ, ਉਸ ਤੋਂ ਅਗਾਂਹ ਸਿੱਖਣ ਵਾਸਤੇ ਉਹਨਾਂ ਕੋਲ ਟਾਈਮ, ਐਨਰਜੀ ਨਹੀਂ ਹੈ। ਸ਼ਾਇਦ ਕਿਤੇ ਕੋਈ ਬ੍ਰਿਕ ਐਂਡ ਮਾਰਟਰ ਇੱਕ ਇੰਸਟੀਟਿਊਸ਼ਨ ਦੇ ਵਿੱਚ ਜਾ ਕੇ ਜਾਂ ਇੱਕ ਬਿਲਡਿੰਗ 'ਚ ਜਾ ਕੇ ਸਿੱਖਣ ਦੇ ਵਾਸਤੇ ਉਹਨਾਂ ਕੋਲ ਵਕਤ ਨਹੀਂ ਹੈ। ਸ਼ਾਇਦ ਉਹ ਦੂਰ ਵੀ ਰਹਿ ਰਹੇ ਹੋਣ, ਡੈਨਵਰ ਰਹਿ ਰਹੇ ਹੋਣ, ਕੋਈ ਬਫਲੋ ਰਹਿ ਰਿਹਾ ਹੋਵੇ, ਕੋਈ ਕਿਸੇ ਵੀ ਟੈਕਸਸ 'ਚ ਜਾ ਕੇ ਰਹਿ ਰਿਹਾ ਹੋਵੇ, ਜਿਹਨਾਂ ਦੇ ਨੇੜੇ ਤੇੜੇ ਸ਼ਾਇਦ ਕੋਈ ਇਮਾਰਤ ਵੀ ਨਾ ਹੋਵੇ। ਉਹਨਾਂ ਵਾਸਤੇ ਆਨਲਾਈਨ ਪੜ੍ਹਾਈ ਦਾ ਕੋਈ ਇੰਤਜ਼ਾਮ ਹੋ ਸਕਦਾ ਹੈ? ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ, ਕਿਉਂਕਿ ਜਿਹੜਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਇਹ ਜ਼ਿਕਰ ਕਰ ਚੁੱਕਿਆ ਕਿ ਵੀ ਮੈਂ ਕੋਲੰਬੀਆ ਯੂਨੀਵਰਸਿਟੀ ਨੂੰ ਥੋੜਾ ਜਿਹਾ ਰਿਕੁਐਸਟ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਥੋੜਾ ਜਿਹਾ ਫੰਡ ਦੇ ਸਕਦੇ ਹਾਂ ਸੀ। ਤੇ ਉਹ ਮੇਰੇ ਜਿੰਨੇ ਵੀ ਟੈਕਨੀਸ਼ੀਅਨ ਨੇ ਸਾਡੇ, ਉਹ ਮੈਨੂੰ ਹੈਲਪ ਕਰਨ ਦੇ ਲਈ, ਮੈਨੂੰ ਮਦਦ ਕਰਨ ਦੇ ਲਈ ਤਿਆਰ ਨੇ ਕਿ ਵੀ ਹਾਂ ਅਸੀਂ ਇਸ ਨੂੰ ਆਨਲਾਈਨ ਦੇ ਉੱਤੇ ਫ੍ਰੀ ਕਰ ਸਕਦੇ ਹਾਂ। ਮੈਂ ਬੜੇ ਗੋਲਮੋਲ ਸਵਾਲ ਪੁੱਛ ਲਏ। ਮੈਨੂੰ ਇਹ ਦੱਸੋ ਕਿ ਇੱਕ ਜੇ ਵੈਬਸਾਈਟ ਹੋਸਟਿੰਗ ਕਰਨੀ ਹੈ, ਖਰਚਾ ਕਿੰਨਾ ਹੋਊਗਾ ਤੁਹਾਨੂੰ ਆਪਣੀ ਟੀਮ ਲੈ ਕੇ? ਇਹ ਖਰਚੇ ਦੇ ਉੱਤੇ ਡਿਪੈਂਡ ਹੁੰਦਾ ਕਿ ਵੀ ਤੁਸੀਂ ਕਿੰਨਾ, ਅੰਦਾਜ਼ਾ ਇਹ ਹੁੰਦਾ ਕਿ ਵੀ ਜਦੋਂ ਤੁਸੀਂ ਇੱਕ ਕੋਰਸ ਤਿਆਰ ਕਰ ਰਹੇ ਹੋ, ਠੀਕ ਹੈ ਨਾ, ਤੁਸੀਂ ਐਲੀਮੈਂਟਰੀ ਲੈਵਲ ਤੱਕ ਟੀਚ ਕਰਨਾ, ਇੰਟਰਮੀਡੀਏਟ ਕਿਹੜੇ ਐਡਵਾਂਸ ਲੈਵਲ ਤੱਕ ਟੀਚ ਕਰਨਾ, ਹੈਰੀਟੇਜ ਸਟੂਡੈਂਟਸ ਨੂੰ ਟੀਚ ਕਰਨਾ ਜਾਂ ਫਿਰ ਨਾਨ ਹੈਰੀਟੇਜ, ਡਿਪੈਂਡਸ ਆਲ ਦੈਟ ਕਿ ਵੀ ਤੁਸੀਂ ਕਿੰਨਾ ਅੱਗੇ ਦੇ ਵਿੱਚ। ਇਹ ਤਾਂ ਉਹ ਹੈ ਕਿ ਵੀ ਸਮੁੰਦਰ ਹੈ, ਚਾਹੇ ਇਹਦੇ ਵਿੱਚ ਮਿਲੀਅਨ ਪਾ ਦਿਓ, ਚਾਹੇ ਤੁਸੀਂ ਸ਼ੁਰੂਆਤ ਦੇ ਵਿੱਚ 40-50 ਹਜ਼ਾਰ ਨਾਲ ਕਰ ਲਓ, ਪਰ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਵੀ ਜਦੋਂ ਇਹ ਇੱਕ ਵਾਰੀ ਤਿਆਰ ਹੋ ਗਿਆ, ਦੇਖੋ ਦੋਸਤੋ, ਇੱਕ ਵਾਰੀ ਤਿਆਰ ਹੋ ਗਿਆ, ਬੇਸ਼ਰਤੇ ਉਹ ਕਿਸੇ ਯੂਨੀਵਰਸਿਟੀ ਵੱਲੋਂ ਅਮਰੀਕਾ ਦੇ ਵਿੱਚ ਚਾਹੇ ਉਹ ਇੰਗਲੈਂਡ ਦੇ ਵਿੱਚ ਆ, ਚਾਹੇ ਇੰਡੀਆ ਦੇ ਵਿੱਚ ਆ, ਬਹੁਤ ਕੋਸ਼ਿਸ਼ਾਂ ਹੋ ਵੀ ਰਹੀਆਂ ਨੇ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਪਰ ਉਸ ਲੈਵਲ ਦੇ ਉੱਤੇ ਅਜੇ ਤੱਕ ਕੋਸ਼ਿਸ਼ ਨਹੀਂ ਹੋਈ ਕਿ ਇੱਕ ਪੂਰੇ ਪਲਾਨ ਲੈਸਨ ਤਿਆਰ ਕੀਤੇ ਜਾਣ ਜਿਸ ਦੇ ਵਿੱਚ ਬੱਚੇ ਨੂੰ ਊੜੇ ਆੜੇ ਦੀਆਂ ਜਿਹੜੀਆਂ ਧੁਨੀਆਂ ਤੋਂ ਲੈ ਕੇ ਸ਼ਬਦ ਬਣਾਉਣ ਦੇ ਵਿੱਚ ਤੇ ਉਸ ਦੇ ਕੰਟੈਕਸਟ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਯੂਜ਼ ਕਰਨ ਦੇ ਵਿੱਚ, ਉਹ ਸਾਰੀ ਗ੍ਰਾਮੈਟਿਕਲੀ ਉਹਨਾਂ ਨੂੰ ਨਾ ਇੱਕ ਕ੍ਰਾਈਟੇਰੀਆ ਤਿਆਰ ਕਰਕੇ, ਇੱਕ ਰੂਬਰਿਕ ਤਿਆਰ ਕਰਕੇ ਉਹਨਾਂ ਨੂੰ ਫੀਡ ਕੀਤਾ ਜਾਂਦਾ। ਮੈਨੂੰ ਇੱਕ ਗੱਲ ਦੱਸੋ, ਦੋ ਸਵਾਲ ਨੇ ਇਨਫੈਕਟ ਮੇਰੇ ਕੋਲ ਜਿਹੜੇ ਆ ਰਹੇ। ਇੱਕ ਤੁਹਾਡੀ ਫੰਡਿੰਗ ਦੇ ਬਾਰੇ ਜਿਹੜਾ ਬਾਅਦ ਪੁੱਛਾਂਗਾ। ਜਿਹੜੇ ਤੁਸੀਂ ਲੈਸਨ ਤਿਆਰ ਕਰਨ ਦੀ ਗੱਲ ਕਰਦੇ ਹੋ, ਟਾਵੇਂ ਲੈਸਨ ਜਿਹੜੇ ਨੇ ਉਹ ਆਨਲਾਈਨ ਪਏ ਨੇ, ਕੁਝ ਵੈਬਸਾਈਟ ਵੀ ਹੈਗੇ ਨੇ, ਕੁਝ ਵੀਡੀਓਜ਼ ਵੀ YouTube ਤੇ ਹੈਗੀਆਂ ਨੇ। ਉਹਨਾਂ ਦੇ ਵਿੱਚ ਜਾਂ ਜਿਹੜਾ ਤੁਸੀਂ ਇੱਕ ਸਟਰਕਚਰਡ ਢੰਗ ਕਹਿ ਰਹੇ ਹੋ, ਇੱਕ ਢਾਂਚਾਗਤ ਤਿਆਰੀ ਹੈਗੀ ਆ, ਉਹਦੇ 'ਚ ਕੀ ਫਰਕ ਰਹੇਗਾ? ਉਹਦੇ ਵਿੱਚ ਫਰਕ ਇਹ ਹੈ ਕਿ ਵੀ ਅਗਰ ਤੁਸੀਂ
ਫੋਰ ਐਗਜ਼ਾਮਪਲ ਤੁਸੀਂ ਕਲਾਸ ਲੈ ਰਹੇ ਹੋ, ਪੰਜਾਬੀ ਦੀ ਕਲਾਸ ਲੈ ਰਹੇ ਹੋ, ਤੇ ਤੁਸੀਂ ਇੱਕ ਪਾਸੇ ਆਪਣਾ ਕਾਇਦਾ ਆਪ ਲੈ ਆਂਦਾ, ਤੁਸੀਂ ਕਹੋਗੇ ਵੀ ਮੈਂ ਆਪ ਵੀ ਪੜ੍ਹ ਸਕਦਾ, ਪਰ ਜਦੋਂ ਤੁਹਾਨੂੰ ਇੱਕ ਸਿਲੇਬਸ ਤਿਆਰ ਕੀਤਾ ਹੋਇਆ ਸਟਰਕਚਰਡ ਹੈ, ਠੀਕ ਆ, ਅਗਰ ਤੁਸੀਂ ਉਸ ਨੂੰ ਗਾਈਡਲਾਈਨਸ ਨੂੰ ਉਹਨਾਂ ਨੂੰ ਫੋਲੋ ਕਰੋਗੇ ਤਾਂ ਤੁਸੀਂ ਬਿਹਤਰ ਸਿੱਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਵੀ ਇੱਕ ਸਟੈਪ ਤੋਂ ਬਾਅਦ ਨੈਕਸਟ ਸਟੈਪ ਕਿਹੜਾ ਆਉਂਦਾ, ਤੇ ਉਸ ਦੇ ਵਿੱਚ ਐਕਸਰਸਾਈਜ਼ਸ ਵੀ ਹੋਣਗੀਆਂ। ਹੁਣ ਸਪੈਨਿਸ਼ ਇੰਨੀ ਕਿਉਂ ਕਾਮਯਾਬ ਆ, ਕਿਉਂਕਿ ਜਦੋਂ ਤੁਸੀਂ ਉੱਥੇ ਸਪੈਨਿਸ਼ ਦਾ ਪੈਨੋਰਾਮਾ ਜਾਂ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਦੇ ਹੋ, ਉਹ ਬੱਚੇ ਸਾਰੇ ਦਾ ਸਾਰਾ ਪ੍ਰੋਗਰਾਮ ਆਨਲਾਈਨ ਦੇ ਉੱਤੇ ਆ, ਉਹ ਜਿੰਨੀਆਂ ਐਕਸਰਸਾਈਜ਼ਸ ਨੇ ਚ ਬੋਲਣ ਦਾ, ਲਿਖਣ ਦਾ, ਸਾਰਾ ਕੁਝ ਉੱਤੇ ਆ। ਪਰ ਸਾਡੇ ਵਿੱਚ ਪੰਜਾਬੀ ਦੇ ਵਿੱਚ ਅਜੇ ਵੀ ਅਸੀਂ ਇੱਕ ਮਹਦੂਦ ਹਾਂ ਕਿ ਵੀ ਹਾਂ ਠੀਕ ਆ, ਅਸੀਂ ਬੋਲਣ ਦਾ ਐਕਸਰਸਾਈਜ਼ ਦੇ ਸਕਦੇ ਹਾਂ। ਸਾਨੂੰ ਇੰਟਰਨੈਟ 'ਤੇ ਜਾ ਕੇ ਸਟਾਪੂ ਖੇਡਣਾ ਪੈਂਦਾ, ਇੱਥੇ ਇੱਕ ਲੈਸਨ ਲੈ ਲਿਆ, ਫਿਰ ਕੋਈ ਹੋਰ ਵੈਬਸਾਈਟ ਲੱਭੋ, ਫਿਰ YouTube ਤੇ ਜਾਓ, ਕੁਝ ਕਰੋ। ਦਵਿੰਦਰ ਜੀ, ਇੱਕ ਗੱਲ ਹੋਰ ਵੀ ਆ ਕਿ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਲੈਸਨ ਲੈ ਰਹੇ ਹੋ ਤੇ ਉੱਥੇ ਉਹ ਸ਼ੁਰੂ ਕਰ ਦਿੰਦੇ ਨੇ ਕਿ ਵੀ ਪੰਜਾਬੀ ਬੰਦਾ ਬੋਲਦਾ ਸਿੱਧਾ, ਜਿਹਨੂੰ ਆਉਂਦੀ ਨਹੀਂ ਉਹ ਕਿੱਥੇ ਜਾਏਗਾ, ਉਹਨੂੰ ਤਾਂ ਬਿਲਕੁਲ ਨੌਲੇਜ ਨਹੀਂ ਗੀ, ਉਹਨੂੰ ਤਾਂ ਇਹ ਨਹੀਂ ਪਤਾ ਕਿ ਮੇਰਾ ਤੇਰਾ ਕੀ ਹੁੰਦਾ, ਤੇ ਅਸੀਂ ਉਸ ਨੂੰ ਸ਼ੁਰੂਆਤ ਕਰ ਦਈਏ ਕਿ ਵੀ ਮੈਂ ਪੰਜਾਬੀ ਸਿੱਖਣਾ ਚਾਹੁੰਦਾ ਹਾਂ। ਅੰਗਰੇਜ਼ੀ ਬੋਲਣ ਵਾਲਾ ਬੰਦਾ ਪੰਜਾਬੀ ਦੇ ਪਹਿਲੇ ਅਲਫਾਬੈਟ ਤੋਂ ਊੜੇ ਤੋਂ ਸ਼ੁਰੂ ਹੋ ਕੇ ਉਹਦੀ ਸ਼ੇਪ, ਉਹਦੀ ਧੁਨੀ, ਉਹਨੂੰ ਵਾਹੁਣ ਦੀ ਤਕਨੀਕ ਤੋਂ ਸ਼ੁਰੂ ਹੋ ਕੇ ਜੇ ਸਿਖਾ ਸਕਦਾ ਆ, ਉਹ ਲੈਸਨ ਅਸਲ 'ਚ ਉਸ ਕਾਮਯਾਬ ਹੋਏਗਾ। ਹਾਂ, ਤੇ ਦੂਜੇ ਪਾਸੇ ਜਿਹੜੀ ਗੱਲ ਫੰਡਿੰਗ ਦੀ ਕੀਤੀ ਸੀ ਪ੍ਰੋਫੈਸਰ ਸਾਹਿਬ ਨੇ, ਤੁਸੀਂ ਗੱਲ ਕੀਤੀ ਹੈ ਵੀ ਯੂਨੀਵਰਸਿਟੀਆਂ ਤੁਹਾਨੂੰ ਸਪੋਰਟ ਕਰਨ ਤੇ ਕੁਝ ਹੋ ਸਕਦਾ ਹੈ, ਪਰ ਯੂਨੀਵਰਸਿਟੀਆਂ ਵਿਚਾਰੀਆਂ ਆਪ ਹੀ ਤਨਖਾਹਾਂ ਦੇਣ ਨੂੰ ਮਰੀਆਂ ਫਿਰਦੀਆਂ ਨੇ। ਸਭ ਤੋਂ ਜ਼ਿਆਦਾ ਪੈਸਾ ਉਹਨਾਂ ਦੇ ਕੋਲ ਹੈ ਜਿਨ੍ਹਾਂ ਦੇ ਕੋਲ ਸੋਨਾ ਮੱਥਾ ਟੇਕ ਕੇ ਚੜ ਜਾਂਦਾ ਆ। ਤੁਹਾਨੂੰ ਲੱਗਦਾ ਹੈ ਕਿ ਕੱਲੀਆਂ ਸਿੱਖ ਜਥੇਬੰਦੀਆਂ ਨਹੀਂ, ਪੰਜਾਬ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਹੈਗੀਆਂ ਨੇ, ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬੇਸ਼ੱਕ ਕਿਸੇ ਵੱਡੇ ਮੰਦਿਰ ਦੀ ਕਮੇਟੀ ਹੈ, ਉਹ ਇੱਕ ਵਧੀਆ ਫੰਡ ਦੇ ਸੋਰਸ ਹੋ ਸਕਦੇ ਨੇ? ਮੇਰੇ ਖਿਆਲ ਦੇ ਵਿੱਚ ਕੋਈ ਫੰਡ ਦੇ ਸੋਰਸ ਸਾਨੂੰ ਇਹ ਨਹੀਂ ਗਾ ਕਿ ਵੀ ਕਿਸੇ ਇੱਕ ਸੰਸਥਾ ਨੂੰ ਲੈ ਕੇ ਜਾਂ ਕਿਸੇ ਦਾ ਜਿਹਦੇ ਮਨ ਦੇ ਵਿੱਚ ਆਇਆ, ਕਿਸੇ ਦੇ ਪ੍ਰਤੀ ਪੰਜਾਬੀ ਦਾ ਦਰਦ ਹੈਗਾ ਤਾਂ ਉਹ ਉੱਠੂਗਾ, ਹਨਾ, ਤੇ ਉੱਠ ਕੇ ਉਸ ਨੂੰ ਮਦਦ ਵੀ ਕਰੇਗਾ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਇਹਨਾਂ ਹੀ ਸੰਸਥਾਵਾਂ ਤੋਂ, ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਵੀ, ਸਾਡੀ US ਗਵਰਨਮੈਂਟ ਆ ਜਿਹੜੀ, ਉਹ ਵੀ ਸਾਨੂੰ ਇਸ ਤਰ੍ਹਾਂ ਦੇ ਫੰਡ ਮੁਹੱਈਆ ਕਰਵਾਉਂਦੀ ਆ। ਅਗਰ ਸਾਡੀਆਂ ਕਮਿਊਨਿਟੀਜ਼ ਨੇ ਜਿਹੜੀਆਂ ਉਹ ਇਕੱਠੀਆਂ ਹੋ ਕੇ ਉਹਨਾਂ ਫੰਡਸ ਦੀ ਡਿਮਾਂਡ ਕਰਨ ਤੇ ਅਸੀਂ ਉਹਨਾਂ ਤੋਂ ਵੀ ਲੈ ਸਕਦੇ ਹਾਂ, ਕਿ ਕਿਸੇ ਨੂੰ ਇਹ ਨਹੀਂ ਕਹਿਣ ਦੀ ਲੋੜ ਕਿ ਵੀ ਤੂੰ ਸਾਨੂੰ ਪੈਸਾ ਦੇ। ਫਿਰ ਲੌਬੀ ਦੀ ਗੱਲ ਆ ਗਈ। ਹਾਂ, ਲੌਬੀ ਦੀ ਗੱਲ। ਪਰ ਸਾਡੀ ਜਿਹੜੀ ਆ ਇੱਥੇ ਸੰਗਠਨ ਨਹੀਂਗਾ, ਸਾਡਾ ਇਕੱਠ ਨਹੀਂਗਾ, ਸਾਡਾ ਯੂਨਿਟੀ ਨਹੀਂ, ਸਾਡੀ ਜਥੇਬੰਦੀ ਨਹੀਂ ਹੈਗੀ। ਸੋ ਗੱਲ ਫਿਰ ਡਿਮਾਂਡ ਦੀ, ਲੌਬੀਆਂ ਦੀ ਸਹੀ ਢੰਗ ਨਾਲ ਮੰਗ ਕਰਨ ਦੀ ਆ ਜਾਂਦੀ ਹੈ। ਸਵਾਲ ਇਹੋ ਰਹਿੰਦਾ ਹੈ ਕਿ ਆਖਰ ਉਹ ਮੰਗ ਕੌਣ ਕਰੇ। ਕਨਕਲੂਜਨ ਜਿਹੜਾ ਆ ਜਾਂ ਜਿਹੜਾ ਸਿੱਟਾ ਹੈ, ਉਹਦੇ ਵੱਲ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਚੇਤਾ ਕਰਾ ਦੇਵਾਂ ਛੋਟੀ ਜੀ। ਮੈਂ ਪਹਿਲਾਂ ਗੱਲ ਤਾਂਗ ਦੀ ਕੀਤੀ ਸੀ, ਬਹੁਤ ਖੂਬਸੂਰਤ ਕਵਿਤਾ ਪ੍ਰੋਫੈਸਰ ਸਾਹਿਬ ਨੇ ਲਿਖੀ ਹੈ, ਜਿਹੜੀ ਮਕਬੂਲ ਵੀ ਬਹੁਤ ਹੋਈ ਹੈ। ਮੈਂ ਜ਼ਰੂਰ ਚਾਹੂੰਗਾ ਪ੍ਰੋਫੈਸਰ ਸਾਹਿਬ, ਇਹਦਾ ਤਾਂਗ ਪੰਜਾਬ ਦੀ ਟਾਈਟਲ ਹੈ, ਤੇ ਤੁਸੀਂ ਥੋੜਾ ਜਿਹਾ ਸਾਨੂੰ, ਕਿਉਂਕਿ ਇਹਦੇ ਜ਼ਰੀਏ ਵੀ ਇੱਕ ਸੁਨੇਹਾ ਜਿਹੜਾ ਆ ਉਹ ਆਪਣੀ ਸਰਜ਼ਮੀਨ ਦਾ, ਆਪਣੀ ਭਾਸ਼ਾ ਦਾ ਆ, ਸਾਡੇ ਦਰਸ਼ਕਾਂ ਦੇ ਰੂਬਰੂ ਕਰ ਦਿਓ। ਦੋਸਤੋ, ਮੈਂ ਬੜਾ ਖੁਸ਼ ਨਸੀਬ ਹਾਂ ਕਿ ਤੁਸੀਂ ਸੁਣਿਆ ਮੈਨੂੰ, ਤੇ ਮੈਨੂੰ ਮੇਰੀ ਕਵਿਤਾ ਨੂੰ ਵੀ ਮੇਰੇ ਖਿਆਲ ਦੇ ਵਿੱਚ ਜਿਹੜੇ ਮੇਰਾ ਦਰਦ ਹੈ ਉਸ ਦੇ ਵਿੱਚੋਂ ਜ਼ਾਹਰ ਹੁੰਦਾ, ਤੇ ਧਿਆਨ ਨਾਲ ਸੁਣਿਓ। ਤਾਂਗ ਪੰਜਾਬ ਦੀ। ਹੜ ਆਏ ਓਏ ਮੇਰੇ ਦਾਤਿਆ ਪੰਜਾਬ ਮਿਲਾ ਦੇ, ਹੜ ਆਈ ਓਏ ਮੇਰੇ ਦਾਤਿਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ। ਚੂੜਾ ਪਰ ਪੰਜ ਪਾਣੀਆਂ ਦਾ, ਚੂੜਾ ਪਰ ਪੰਜ ਪਾਣੀਆਂ ਦਾ ਮੈਨੂੰ ਸਹੁੰ ਚੁਕਾ ਦੇ, ਲਾਜ ਨਾ ਲਾਵਾਂ ਦੁੱਧ ਨੂੰ ਐਸੀ ਅਣਖ ਜਗਾ ਦੇ, ਵੇ ਐਸੀ ਅਣਖ ਜਗਾ ਦੇ। ਹੜ ਆਈ ਓਏ ਮੇਰੇ ਦਾਤਿਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ, ਮੇਰੇ ਹੋਂਠੀ ਲਾ ਦੇ। ਧਿਆਨ ਦਿਓ। ਗਿਆਨ ਮਿਨਾਰ ਸੀ ਜੋ ਦੁਨੀ ਦਾ, ਗਿਆਨ ਮਿਨਾਰ ਸੀ ਜੋ ਦੁਨੀ ਦਾ, ਓਏ ਉਹਦੀ ਛਤਰ ਬਿਠਾ ਦੇ, ਮਾਣਮਤੀ ਇਸ ਮਿੱਟੀ ਦਾ ਮੱਥੇ ਤਿਲਕ ਸਜਾ ਦੇ। ਹੜ ਆਈ ਓਏ ਮੇਰੇ ਦਾਤਿਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ। ਤੇਰੇ ਹੱਥਾਂ ਜਿਹੀਆਂ ਸੱਥਾਂ ਦੀ, ਤੇਰੇ ਹੱਥਾਂ ਜਿਹੀਆਂ ਸੱਥਾਂ ਦੀ ਮੈਨੂੰ ਛਾਵੇਂ ਬਿਠਾ ਦੇ, ਤੇਰੇ ਹੱਥਾਂ ਜਿਹੀਆਂ ਸੱਥਾਂ ਦੀ ਮੈਨੂੰ ਛਾਵੇਂ ਬਿਠਾ ਦੇ। ਵਾਂਗ ਖਿੱਲਾਂ ਖਿੜੀ ਦੁਪਹਿਰ 'ਚ ਕੋਈ ਵੰਜਲੀ ਸੁਣਾ ਦੇ, ਵਾਂਗ ਖਿੱਲਾਂ ਖਿੜੀ ਦੁਪਹਿਰ 'ਚ ਕੋਈ ਵੰਜਲੀ ਸੁਣਾ ਦੇ। ਹੜ ਆਈ ਓਏ ਮੇਰੇ ਦਾਤਿਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ। ਬਬਾਣੀਆਂ ਕਹਾਣੀਆਂ 'ਚੋਂ ਜ਼ਿੰਦਗੀ ਸਮਝਾ ਦੇ, ਬਬਾਣੀਆਂ ਕਹਾਣੀਆਂ 'ਚੋਂ ਜ਼ਿੰਦਗੀ ਸਮਝਾ ਦੇ।
ਤਾਰਿਆਂ ਦੀ ਲੋਏ ਲੋਏ ਮਿੱਠੀ ਜੀ ਕੋਈ ਲੋਰੀ ਸੁਣਾ ਦੇ, ਹਾੜਾ ਓਏ ਮੇਰੇ ਦਾਤੇ ਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ। ਕਟੀ ਪਤੰਗ ਜਿਹੀ ਤਾਂਗ ਦਾ, ਕਟੀ ਪਤੰਗ ਜਿਹੀ ਤਾਂਗ ਦਾ ਉਹ ਕੋਈ ਸਿਰਾ ਫੜਾ ਦੇ, ਕਟੀ ਪਤੰਗ ਜਿਹੀ ਤਾਂਗ ਦਾ ਉਹ ਕੋਈ ਸਿਰਾ ਫੜਾ ਦੇ, ਅੱਗ ਵਿੱਚ ਸਾੜੇ ਗੁਲਾਬ ਨੂੰ ਫਿਰ ਖੇਡਣਾ ਸਿਖਾ ਦੇ, ਅੱਗ ਵਿੱਚ ਸਾੜੇ ਗੁਲਾਬ ਨੂੰ ਫਿਰ ਖੇਡਣਾ ਸਿਖਾ ਦੇ, ਹਾੜਾ ਓਏ ਮੇਰੇ ਦਾਤੇ ਆ ਪੰਜਾਬ ਮਿਲਾ ਦੇ, ਮਾਖਿਓ ਮਿੱਠੀ ਬੋਲੀ ਉਹ ਮੇਰੇ ਹੋਂਠੀ ਲਾ ਦੇ, ਮੇਰੇ ਹੋਂਠੀ। ਬਹੁਤ ਖੂਬਸੂਰਤ ਪ੍ਰੋਫੈਸਰ ਸਾਹਿਬ, ਜਿਹੜੀ ਦੂਰੀ ਆ ਉਹ ਜਿਹੜੀ ਤਾਂਗ ਨੂੰ ਜਗਾਉਂਦੀ ਆ ਉਹਨੂੰ ਤੁਸੀਂ ਆਪਣੇ ਸ਼ਬਦਾਂ 'ਚ ਲਿਆਂਦਾ ਆ। ਔਰ ਇੱਕ ਗੱਲ ਜਿਹੜੀ ਮੈਂ ਚੇਤਾ ਕਰਾਉਣਾ ਚਾਹੁੰਦਾ, ਇਹ ਗੱਲ ਸੰਤੋਖ ਸਿੰਘ ਧੀਰ ਹੋਰਾਂ ਦੀ ਜੀਵਨੀ ਜਦੋਂ ਆਉਂਦੀ ਹੈ ਜਾਂ ਬਲਵੰਤ ਗਾਰਗੀ ਨੇ ਜਿਹੜੇ ਉਹਨਾਂ ਦੇ ਰੇਖਾ ਚਿੱਤਰ ਲਿਖੇ ਉਹਦੇ 'ਚ ਬਾਰ-ਬਾਰ ਇਹ ਜ਼ਿਕਰ ਆਉਂਦੇ ਨੇ ਕਿ ਧੀਰ ਸਾਹਿਬ ਜਾਂ ਹੋਰ ਉਸ ਵੇਲੇ ਦੇ ਜਿਹੜੇ ਸ਼ਾਇਰ ਸੀਗੇ ਜਾਂ ਲੇਖਕ ਸੀਗੇ, ਕਹਾਣੀਕਾਰ ਸੀਗੇ, ਵਾਰਤਕਕਾਰ ਸੀਗੇ, ਉਹ ਸ਼ਬਦ ਘਾੜੇ ਦੇ ਤੌਰ ਤੇ ਜਾਣੇ ਜਾਂਦੇ ਸੀ। ਮੇਰਾ ਜਿਹੜਾ ਕੰਮ ਹੈ, ਮੇਰਾ PhD ਦਾ ਕੰਮ ਆ ਬਲਵੰਤ ਗਾਰਗੀ ਦੇ। ਹਾਂ, ਤੇ ਉਦੋਂ ਇਹ ਗੱਲ ਉੱਠਦੀ ਸੀ ਕਿ ਅਸੀਂ ਕਿਹੜੇ ਨਵੇਂ ਸ਼ਬਦ ਘੜ ਰਹੇ ਹਾਂ। ਆਖਰ ਦੇ ਵਿੱਚ ਮੈਂ ਜ਼ਰੂਰ ਜਾਣਨਾ ਚਾਹੁੰਦਾ ਕਿ ਅੱਜ ਦੀ ਤਾਰੀਖ ਦੇ ਵਿੱਚ ਤੁਹਾਡਾ ਸੁਨੇਹਾ ਵੀ ਇਹ ਹੋ ਸਕਦਾ ਹੈ ਤੇ ਇਹ ਮੇਰੇ ਸਵਾਲ ਦਾ ਜਵਾਬ ਵੀ ਹੋ ਸਕਦਾ ਹੈ, ਉਹ ਸ਼ਬਦ ਘਾੜੇ ਕੀ ਮੌਜੂਦ ਹੈਗੇ ਨੇ? ਜੇ ਨਹੀਂ ਹੈਗੇ ਤਾਂ ਨਵੇਂ ਸ਼ਬਦ ਪੰਜਾਬੀ ਦੇ ਵਿੱਚ ਲਿਆਉਣ ਵਾਸਤੇ ਕੀ ਕੀਤਾ ਜਾ ਸਕਦਾ ਹੈ? ਸ਼ਬਦ ਘਾੜੇ ਵੀ ਮੌਜੂਦ ਨੇ, ਕਿਉਂਕਿ ਕੋਈ ਚੀਜ਼ ਕਦੇ ਖਤਮ ਨਹੀਂ ਹੋਈ। ਨਾ ਸਾਨੂੰ ਨਾ ਉਮੀਦ ਹੋਣਾ ਚਾਹੀਦਾ। ਕਈ ਵਾਰੀ ਅਸੀਂ ਬੈਠੇ ਕਹਿ ਦਿੰਦੇ ਆ ਕਿ ਪੰਜਾਬੀ ਖਤਮ ਹੋਣ ਤੇ, ਮੇਰੇ ਖਿਆਲ ਦੇ ਵਿੱਚ ਨਾ ਕੋਈ ਇਸ ਤਰ੍ਹਾਂ ਦੀ ਆਪਟੀਮਿਸਟ ਜਾਂ ਫਿਰ ਬਹੁਤਾ ਆਪਟੀਮਿਸਟ ਹੋਣ ਜਾਂ ਪੈਸਿਮਿਸਟ ਹੋਣ ਦੀ ਲੋੜ ਨਹੀਂਗੀ, ਕਿਉਂਕਿ ਜਦੋਂ ਤੁਸੀਂ ਇੱਕ ਜ਼ਿੰਦਗੀ ਦੀ ਰਾਹ ਦੇ ਵਿੱਚ ਚੱਲਦੇ ਹੋ ਤਾਂ ਤੁਹਾਨੂੰ ਪਤਾ ਕਿ 130 ਮਿਲੀਅਨ 130 ਮਿਲੀਅਨ ਜਿਹੜੇ ਪੰਜਾਬੀ ਦੇ ਸਪੀਕਰ ਨੇ, ਇੰਨੀ ਛੇਤੀ ਖਤਮ ਨਹੀਂ ਹੋਣੀ। ਨਾ ਉਮੀਦ ਨਾ ਹੋਵੋ ਦੋਸਤੋ, ਕਿਉਂਕਿ ਜੇ ਤੁਸੀਂ ਅੱਜ ਵੀ ਆਪਣੇ ਘਰਾਂ ਦੇ ਵਿੱਚ ਜਾਂ ਗੁਆਂਢ ਦੇ ਵਿੱਚ, ਆਂਢ ਗੁਆਂਢ ਦੇ ਵਿੱਚ, ਜਿੱਥੇ ਵੀ ਜਿਹੜੇ ਸੰਸਥਾ ਦੇ ਵਿੱਚ ਜੁੜੇ ਹੋ, ਜੇ ਉੱਥੇ ਆਪਣਾ ਇੱਕ ਇੰਨਾ ਕੁ ਤਹੀਆ, ਆਪਣਾ ਇੰਨਾ ਕੁ ਕੋਸ਼ਿਸ਼ ਕਰੋ ਕਿ ਵੀ ਆਪਣੇ ਬੱਚਿਆਂ ਨਾਲ ਵੀ ਤੇ ਆਲੇ ਦੁਆਲੇ ਦੇ ਨਾਲ ਵੀ ਪੰਜਾਬੀ ਬੋਲੋ, ਤੇ ਪੰਜਾਬੀ ਸੱਭਿਆਚਾਰ ਨੂੰ, ਸੱਭਿਆਚਾਰ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਅਸੀਂ ਪੁਰਾਣੇ ਸੱਭਿਆਚਾਰ ਤੱਕ ਆ, ਪੰਜਾਬੀ ਸੱਭਿਆਚਾਰ ਜੋ ਅਸੀਂ ਜਿਉਂ ਰਹੇ ਹਾਂ ਉਹ ਸੱਭਿਆਚਾਰ ਹੁੰਦਾ। ਪੰਜਾਬੀ ਸੱਭਿਆਚਾਰ ਕੋਈ ਵੀ ਆ, ਉਹ ਇੱਕ ਵਗਦੀ ਨਦੀ ਦੀ ਤਰ੍ਹਾਂ ਹੁੰਦਾ, ਜਿਹੜੀ ਨਦੀ ਦਾ ਪਾਣੀ ਜਿਹੜੇ ਰੰਗ ਦੀ ਮਿੱਟੀ ਦੇ ਵਿੱਚੋਂ ਦੀ ਗੁਜ਼ਰਦਾ, ਉਸੇ ਤਰ੍ਹਾਂ ਦਾ ਉਹ ਪਾਣੀ ਨਜ਼ਰ ਆਉਂਦਾ। ਬਿਲਕੁਲ। ਤੇ ਇਸ ਲਈ ਕਦੇ ਵੀ ਸੱਭਿਆਚਾਰ ਨੂੰ ਇੱਕ ਸਾਂਚੇ ਦੇ ਵਿੱਚ ਬੰਨ੍ਹ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਾਡੇ ਸੱਭਿਆਚਾਰ ਦੇ ਵਿੱਚ ਬੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਪੰਜਾਬੀ ਦੇ ਜ਼ਰੀਏ ਸਮਝ ਆਉਂਦੀਆਂ ਨੇ, ਤੇ ਪੰਜਾਬੀ ਕਦੇ ਮਰੇਗੀ ਨਹੀਂ, ਇਹ ਮੇਰੀ ਉਮੀਦ ਆ। ਬਾਕੀ ਤੁਸੀਂ ਵੀ ਨਾ ਉਮੀਦ ਨਹੀਂ ਹੋਣਾ। ਜਿਹੜੀ ਗੱਲ ਪ੍ਰੋਫੈਸਰ ਸਾਹਿਬ ਕਰ ਰਹੇ ਨੇ ਉਹਦੇ 'ਚ ਚੇਤਾ ਕਰਾ ਦੇਵਾਂ ਕਿ ਆਮ ਤੌਰ ਤੇ ਸਾਡੀ ਇੱਕ ਤਰਾਸਦੀ ਇਹ ਵੀ ਹੈ, ਅਸੀਂ ਸੱਭਿਆਚਾਰ ਤੇ ਵਿਰਸੇ 'ਚ ਕਨਫਿਊਜ਼ ਹੋ ਜਾਂਦੇ ਆ। ਵਿਰਸਾ ਵੱਖਰੀ ਚੀਜ਼ ਹੈ, ਸੱਭਿਆਚਾਰ ਤਾਂ ਜੋ ਅਸੀਂ ਜਿਉਂ ਰਹੇ ਹਾਂ ਉਹਨੂੰ ਅਸੀਂ ਗਾਂ ਦੇਣਾ ਆ, ਸਮਝਾਉਣਾ ਆ, ਜਾਂ ਹੋਰ ਕੌਮੀਅਤਾਂ ਨੂੰ ਵੀ ਸਮਝਾਉਣਾ ਆ। ਅਸੀਂ ਕਈ ਵਾਰ ਇਸ ਗੱਲੋਂ ਵੀ ਕਨਫਿਊਜ਼ ਰਹਿੰਦੇ ਹਾਂ ਕਿ ਕੌਮ ਕੀ ਚੀਜ਼ ਹੈ। ਅਸੀਂ ਸਿੱਖ ਕੌਮ ਕਹਿ ਦਿੰਦੇ ਆ, ਜਦੋਂ ਕਿ ਕੌਮੀਅਤ ਇੱਕ ਜੋਗਰਾਫੀਏ ਦੇ ਨਾਲ ਜੁੜੇ ਲੋਕਾਂ ਨੂੰ ਕਹਿੰਦੇ ਨੇ। ਪੰਜਾਬੀ ਇੱਕ ਕੌਮ ਹੈ, ਸਿੱਖ ਇੱਕ ਧਰਮ ਹੈ। ਸੋ ਜੇ ਅਸੀਂ ਬਾਹਰ ਆ ਜਾਂਦੇ ਹਾਂ, ਅਸੀਂ ਉਸ ਕੌਮੀਅਤ ਦੇ ਨਾਲ ਜੁੜੀ ਭਾਸ਼ਾ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਹਨੂੰ ਧਾਰਮਿਕ ਬੰਦਸ਼ਾਂ ਦੇ ਵਿੱਚ ਨਾ ਲਿਆ ਕੇ ਸਾਰੇ ਨਾਲ, ਕਿਉਂਕਿ ਜਿਹੜੀ ਗੱਲ ਪ੍ਰੋਫੈਸਰ ਸਾਹਿਬ ਨੇ ਕੀਤੀ ਹੈ 13 ਕਰੋੜ 130 ਮਿਲੀਅਨ ਲੋਕਾਂ ਦੀ, ਉਹਦੇ 'ਚ ਕਰੀਬ 60 ਮਿਲੀਅਨ ਪਾਕਿਸਤਾਨ ਬੈਠੇ ਲੋਕ ਵੀ ਨੇ, ਜੇ 20-22 ਮਿਲੀਅਨ ਸਾਡੇ ਪੰਜਾਬ ਬੈਠੇ ਨੇ, ਤੇ ਉਸ ਤੋਂ ਬਾਅਦ 60 ਮਿਲੀਅਨ ਦੇ ਕਰੀਬ ਲੋਕ ਨੇ ਜਿਹੜੇ ਹੋਰ ਮੁਲਕਾਂ 'ਚ ਫੈਲੇ ਹੋਏ ਨੇ। ਸੋ ਚੁਣੌਤੀ ਜਾਂ ਕੋਈ ਡਰ ਨਹੀਂ ਹੈ ਭਾਸ਼ਾ ਨੂੰ, ਪਰ ਹਾਂ ਜੇ ਉਸ ਨੂੰ ਅਗਾਂਹ ਵਧਾਉਣਾ ਆ ਤਾਂ ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ, ਅਡੈਪਟ ਤੇ ਅਡਾਪਟ ਕਰਨਾ, ਯਾਨੀ ਕਿ ਜਜ਼ਬ ਕਰਨਾ ਨਵੇਂ ਸ਼ਬਦਾਂ ਨੂੰ ਗੋਦ ਲੈਣਾ ਤੇ ਨਵੇਂ ਸ਼ਬਦ ਘੜਨਾ, ਇਹ ਸ਼ਾਇਦ ਸਾਡੀ ਜ਼ਰੂਰਤ ਦਾ ਹਿੱਸਾ ਰਹਿਣਗੇ। ਤੇ ਉਹਦੇ ਵਾਸਤੇ ਜਿਹੜੇ ਇਹਨਾਂ ਕੰਮਾਂ ਦੇ ਮਾਹਰ ਨੇ, ਮੈਂ ਉਹ ਸ਼ਬਦ ਨਹੀਂ ਘੜ ਸਕਦਾ, ਤੁਸੀਂ ਉਹ ਸ਼ਬਦ ਨਹੀਂ ਘੜ ਸਕਦੇ, ਜਿਹੜੇ ਇਹਨਾਂ ਕੰਮਾਂ ਦੇ ਮਾਹਰ ਨੇ, ਪ੍ਰੋਫੈਸਰ ਸੰਦੀਪ ਸਿੰਘ ਵਰਗੇ, ਉਹੋ ਜਿਹੇ ਲੋਕਾਂ ਨੂੰ ਸਾਨੂੰ ਸਪੋਰਟ ਦੇਣੀ ਪਏਗੀ, ਉਹਨਾਂ ਦਾ ਸਮਰਥਨ ਕਰਨਾ ਪਏਗਾ। ਉਹਦੇ ਬਗੈਰ ਜ਼ਰੂਰ ਭਾਸ਼ਾ ਚੁਣੌਤੀਆਂ ਦਾ ਸਾਹਮਣਾ ਕਰਦੀ ਰਹੇਗੀ। ਸੋ ਫਿਲਹਾਲ ਇਸ ਗੱਲਬਾਤ ਦੇ ਵਿੱਚ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਵਕਤ ਕੱਢਿਆ ਇਸ ਪੂਰੀ ਚਰਚਾ ਦੇ ਲਈ। ਥੈਂਕ ਯੂ ਸੋ ਮਚ, ਸ਼ੁਕਰੀਆ। ਔਰ ਅਗਲੀ ਵਾਰ ਫਿਰ ਕਿਸੇ ਨਵੇਂ ਇਸ਼ੂ ਦੇ ਨਾਲ, ਨਵੇਂ ਟੌਪਿਕ ਦੇ ਨਾਲ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਫਿਲਹਾਲ ਧੰਨਵਾਦ।